ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਵੰਦਨਾ ਖੰਨਾ ਤੇ ਇੱਕ ਵਾਰ ਫਿਰ ਤੋਂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਪੰਜਾਬ ਚਰਚਾ। ਪੰਜਾਬ ਚਰਚਾ ਦੇ ਵਿੱਚ ਅੱਜ ਅਸੀਂ ਗੱਲ ਕਰਨੀ ਹੈ NRIs ਦੀਆਂ ਸਮੱਸਿਆਵਾਂ ਬਾਰੇ ਤੇ ਨਾਲ ਹੀ ਗੱਲ ਅਸੀਂ ਕਰਨੀ ਹੈ NRI ਸਭਾ ਦੇ ਬਾਰੇ ਜੋ ਕਿ ਇਹਨਾਂ NRIs ਦੀਆਂ ਸਮੱਸਿਆਵਾਂ ਦੇ ਹੱਲ ਦੇ ਲਈ 1996 ਦੇ ਵਿੱਚ ਬਣੀ ਸੀ। ਸੋ ਇਸ ਸਭ ਤੇ ਗੱਲ ਕਰਨ ਦੇ ਲਈ ਸਾਡੇ ਨਾਲ ਸਟੂਡੀਓ ਦੇ ਵਿੱਚ ਵਿਸ਼ੇਸ਼ ਤੌਰ ਤੇ ਮੌਜੂਦ ਨੇ ਸਰਦਾਰ ਜਸਵੀਰ ਸਿੰਘ ਗਿੱਲ ਹੋਰੀ ਜੋ ਕਿ ਸਾਬਕਾ ਪ੍ਰੈਜ਼ੀਡੈਂਟ ਨੇ NRI ਸਭਾ ਦੇ। ਆਓ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਗਿੱਲ ਸਾਹਿਬ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਤਿ ਸ਼੍ਰੀ ਅਕਾਲ ਜੀ। ਮੈਂ ਆਪਣੇ NRI ਭੈਣ ਭਰਾਵਾਂ ਨੂੰ ਵੀ ਸਤਿ ਸ਼੍ਰੀ ਅਕਾਲ ਕਹਿੰਦਾ ਜੀ। ਸੋ ਸ਼ੁਰੂਆਤ ਅਸੀਂ ਕਰਾਂਗੇ NRI ਸਭਾ ਦੇ ਸਟਰਕਚਰ ਦੇ ਨਾਲ ਕਿ NRI ਸਭਾ ਜਿਹੜੀ ਹੈ ਉਹ ਕੰਮ ਕਿਵੇਂ ਕਰਦੀ ਹੈ ਔਰ ਇਸ ਦੇ ਨਾਲ ਜੇਕਰ ਅਸੀਂ ਗੱਲ ਕਰੀਏ ਕਿ ਜੇ ਕਿਸੇ ਨੇ ਇਹਦਾ ਮੈਂਬਰ ਬਣਨਾ ਹੋਵੇ ਉਹ ਮੈਂਬਰ ਕਿਵੇਂ ਬਣ ਸਕਦਾ ਹੈ, ਇਹਦੀ ਵੋਟਿੰਗ ਕਿਸ ਤਰ੍ਹਾਂ ਹੁੰਦੀ ਹੈ ਔਰ ਜੇਕਰ ਗੱਲ ਕਰੀਏ ਕਿਉਂਕਿ NRIs ਤਾਂ ਬਹੁਤ ਨੇ ਦੁਨੀਆ ਭਰ ਦੇ ਵਿੱਚ, ਤਾਂ ਕਿੰਨੇ ਕੁ ਲੋਕ ਮੈਂਬਰ ਨੇ ਔਰ ਇਹਦੇ ਨਾਲ ਹੀ ਜਿਹੜੀ ਇਹਦੀ ਵੋਟਿੰਗ ਹੁੰਦੀ ਹੈ ਉਹ ਸੈਟਿਸਫੈਕਟਰੀ ਹੁੰਦੀ ਹੈ ਕਿ ਨਹੀਂ ਹੁੰਦੀ ਹੈ। NRI ਸਭਾ 1996 ਦੇ ਵਿੱਚ ਐਸਟੈਬਲਿਸ਼ ਹੋਈ। ਬੇਸਿਕਲੀ ਇਸ ਕਰਕੇ ਐਸਟੈਬਲਿਸ਼ ਹੋਈ ਸੀ ਵੀ ਜਿਹੜੀਆਂ NRIs ਨੂੰ ਪ੍ਰੋਬਲਮਸ ਆਉਂਦੀਆਂ, ਉਹਨਾਂ ਦੀਆਂ ਜ਼ਮੀਨਾਂ ਦੀਆਂ ਪ੍ਰੋਬਲਮਸ ਆ, ਉਹਨਾਂ ਦੇ ਘਰਾਂ ਦੇ ਉੱਤੇ ਕਬਜ਼ੇ ਕੀਤੇ ਹੋਏ ਆ, ਇਹ ਸਾਰੀਆਂ ਪ੍ਰੋਬਲਮਸ ਨੂੰ ਲੈ ਕੇ ਇਹਨੂੰ ਸਟਾਰਟ ਕੀਤਾ ਗਿਆ ਸੀ। ਔਰ ਇਸੇ ਨਾਲ ਫਿਰ ਜਿੱਦਾਂ ਜਿੱਦਾਂ ਟਾਈਮ ਪੈਂਦਾ ਗਿਆ ਉਦੋਂ ਇਹ ਵੱਧਦੀ ਗਈ। ਫਿਰ ਅੰਬੈਸੀਜ਼ ਦੀ ਗੱਲ ਪਹੁੰਚ ਗਈ। ਫਿਰ ਜਿੱਦਾਂ ਬਾਹਰੋਂ ਅਸੀਂ ਵਾਰ ਜ਼ੋਨਸ ਦੇ ਵਿੱਚੋਂ ਬੰਦੇ ਕੱਢੇ। ਸੋ ਇਹਨਾਂ ਚੀਜ਼ਾਂ ਤਾਂ ਅਸੀਂ ਵੱਧ ਗਏ ਅੱਗੇ ਹੌਲੀ ਹੌਲੀ। ਬਾਕੀ ਇਹਦੀ ਮੈਂਬਰਸ਼ਿਪ ਜਿਹੜੀ ਉਹ ਕੋਈ ਵੀ ਬੰਦਾ ਲੈ ਸਕਦਾ। ਜਿਹੜਾ ਬੰਦਾ 6 ਮਹੀਨੇ ਤੋਂ ਜ਼ਿਆਦਾ ਬਾਹਰ ਰਹਿੰਦਾ ਹੈਗਾ ਵਰਕ ਪਰਮਿਟ ਦੇ ਉੱਤੇ, ਜਾਂ ਉਹ ਬਾਹਰ ਪੱਕਾ ਹੈਗਾ, ਜੇ ਕੋਈ PR ਹੈਗੀ ਆ, ਜਾਂ ਜੇ ਕੋਈ ਬਾਹਰਲਾ ਪਾਸਪੋਰਟ ਹੈਗਾ, ਉਹ ਸਾਰੇ ਇਹਦੇ ਮੈਂਬਰ ਬਣ ਸਕਦੇ ਆ। ਪਰ ਜਿਹੜਾ ਬੰਦਾ ਵਿਜ਼ਿਟਰ ਜਾਂਦਾ ਹੈਗਾ, ਚਾਹੇ ਉਹ 6 ਮਹੀਨੇ ਰਵੇ ਚਾਹੇ ਉਹ ਸਾਲ ਰਵੇ, ਉਹ ਮੈਂਬਰ ਨਹੀਂ ਇਹਨਾਂ ਦਾ ਬਣ ਸਕਦਾ। ਜੀ ਸੋ ਵੋਟਿੰਗ ਦੀ ਅਸੀਂ ਗੱਲ ਕਰ ਰਹੇ ਸੀ ਕਿ ਵੋਟਿੰਗ ਦਾ ਹਾਂਜੀ, ਵੋਟਿੰਗ ਰਾਈਟ ਜਿਹੜੇ ਸਿਰਫ ਉਹਨਾਂ ਨੂੰ ਹੀ ਹੈ ਜਿਹੜੇ ਬੰਦੇ ਇਹਦੇ ਮੈਂਬਰ ਹੈਗੇ ਆ। ਜੀ ਪਹਿਲਾਂ ਕਿੰਨੇ ਮੈਂਬਰ ਨੇ NRI ਸਭਾ ਦੇ ਔਰ ਕਿਉਂਕਿ ਸੰਖਿਆ ਤਾਂ ਬਹੁਤ ਹੈਗੀ ਹੈ, ਬਹੁਤ ਸਾਰੇ ਲੋਕ ਵਿਦੇਸ਼ਾਂ ਹਾਂਜੀ, NRIs ਤਾਂ ਕਰੋੜਾਂ ਦੇ ਵਿੱਚ ਆ ਹੁਣ। ਲੇਕਿਨ ਸਾਡਾ ਜਿਹੜਾ ਇੰਸਟੀਟਿਊਸ਼ਨ ਆ ਇਹਦੇ 25,000 ਮੈਂਬਰਸ ਹੈਗੇ ਆ ਤੇ ਉਹੀ ਵੋਟ ਪਾ ਸਕਦੇ ਆ ਜਿਹੜੇ ਬੰਦੇ ਇਹਦੇ ਮੈਂਬਰ ਹੈਗੇ ਆ। ਤੇ ਵੋਟਿੰਗ ਸੈਟੀਸਫੈਕਟਰੀ ਹੁੰਦੀ ਹੈ? ਵੈਲ ਹੁੰਦੀ ਤਾਂ ਹੈ, ਲੇਕਿਨ ਮੈਂ ਫਿਰ ਵੀ ਰਿਕੁਐਸਟ ਕਰੂੰਗਾ ਗਵਰਨਮੈਂਟ ਨੂੰ ਵੀ ਜੇ ਇੱਕ ਐਸੀ ਸੰਸਥਾ ਹੈਗੀ ਜਿਹੜੀ NRIs ਦੀ ਆ, ਇਹਨੂੰ ਥੋੜ੍ਹਾ ਜਿਹਾ ਇੰਡੀਪੈਂਡੈਂਟ ਰਹਿਣ ਦਿੱਤਾ ਜਾਵੇ ਤਾਂ ਵਧੀਆ। ਜੀ ਤੇ ਜਿਵੇਂ ਅਸੀਂ ਖਰਚਿਆਂ ਦੀ ਜੇਕਰ ਗੱਲ ਕਰੀਏ ਤਾਂ ਇਹ ਸਟਰਕਚਰ ਕੰਮ ਕਿਵੇਂ ਕਰਦਾ, ਇਕਨੋਮਿਕਲੀ ਕਿਵੇਂ ਕੰਮ ਕਰਦਾ? ਬੇਸਿਕਲੀ ਅਸੀਂ ਸਾਨੂੰ ਕਿਸੇ ਨੇ ਵੀ ਕੋਈ ਪੈਸਾ ਨਹੀਂ ਦਿੱਤਾ। ਜੇ ਅਸੀਂ ਪੈਸੇ ਇਕੱਠੇ ਕੀਤੇ ਵੀ ਆ ਤਾਂ NRIs ਨੇ ਡੋਨੇਸ਼ਨਸ ਦੇ ਕੇ ਪੈਸੇ ਇਕੱਠੇ ਕੀਤੇ, ਅਸੀਂ ਆਪਣਾ ਭਵਨ ਬਣਾਇਆ। ਗਵਰਨਮੈਂਟ ਨੇ ਸਾਨੂੰ ਜਗ੍ਹਾ ਲੀਜ਼ ਦੇ ਉੱਤੇ ਦਿੱਤੀ, 99 ਈਅਰ ਲੀਜ਼ 'ਤੇ ਦਿੱਤੀ ਹੋਈ ਆ, ਅਤੇ ਉਹ ਉੱਥੇ ਸਾਡਾ ਸਾਰਾ ਜਿਹੜਾ ਹੈਗਾ ਕਾਰੋਬਾਰ ਉੱਥੋਂ ਚੱਲਦਾ ਹੈਗਾ। ਅਤੇ ਬਾਕੀ ਦੂਸਰਾ ਅਸੀਂ ਮੈਂਬਰਸ਼ਿਪ ਜਿਹੜੀ ਫੀਸ ਆ ਉਹਦੇ ਨਾਲ ਹੀ ਆਪਣੇ ਖਰਚ ਚਲਾਉਂਦੇ ਹਾਂ। ਔਰ ਇਸੇ ਤਰ੍ਹਾਂ ਸਾਡੀਆਂ ਡਿਸਟ੍ਰਿਕਟ ਯੂਨਿਟਸ ਬਣੇ ਹੋਏ ਆ, ਉਹ ਵੀ ਸੇਮ ਪੈਟਰਨ ਦੇ ਉੱਤੇ ਕੰਮ ਕਰਦੇ ਆ ਔਰ ਕੰਮ ਚਲਾਉਂਦੇ ਆ। ਜੀ ਹੁਣ ਅਸੀਂ ਗੱਲ ਕਰਾਂਗੇ NRIs ਦੀਆਂ ਸਮੱਸਿਆਵਾਂ ਬਾਰੇ। ਜਿਵੇਂ ਕਿ ਬਹੁਤ ਸਾਰੇ NRIs ਨੇ ਬਾਹਰ ਰਹਿੰਦੇ ਨੇ ਜ਼ਾਹਿਰ ਤੌਰ 'ਤੇ ਔਰ ਇੱਥੇ ਉਹਨਾਂ ਦੇ ਕੇਸ ਚੱਲ ਰਹੇ ਹੁੰਦੇ ਨੇ ਔਰ ਕੇਸ ਜਿਹੜੇ ਨੇ ਤੁਹਾਨੂੰ ਪਤਾ ਹੈ ਕਿ ਸੁਣਵਾਈ ਜਿਹੜੀ ਹੈ ਬਹੁਤ ਲੰਬੀ ਚੱਲਦੀ ਆ। ਕੀ ਇਸ ਤਰ੍ਹਾਂ ਦਾ ਕੋਈ ਸਿਸਟਮ ਹੈਗਾ, ਕੋਰਟਸ ਹੈਗੀਆਂ ਨੇ ਜਿੱਥੇ NRIs ਦੇ ਜਿਹੜੇ ਮਾਮਲੇ ਹੈਗੇ ਨੇ ਉਹ ਟਰਾਂਸਫਰ ਹੋ ਸਕਣ ਅਤੇ ਛੇਤੀ ਇਹਦਾ ਫੈਸਲਾ ਹੋ ਸਕੇ? ਹਾਂਜੀ, ਇਹ ਕੋਰਟ ਜਿਹੜੀ NRI ਦੇ ਲਈ ਬਣਾਈਆਂ ਗਈਆਂ, ਉਹ ਪਹਿਲੀ ਕੋਰਟ ਜਿਹੜੀ ਉਹ ਜਲੰਧਰ ਦੇ ਵਿੱਚ ਐਸਟੈਬਲਿਸ਼ ਕੀਤੀ ਗਈ। ਉੱਥੇ ਜਿੱਥੇ ਅੱਗੇ 5-7 ਸਾਲ ਲੱਗਦੇ ਸੀ, ਉੱਥੇ 2-2.5 ਸਾਲ ਦੇ ਵਿੱਚ ਕੰਮ ਤਾਂ ਹੁੰਦੇ ਆ। ਲੇਕਿਨ ਉਹ ਸਿਰਫ ਜਲੰਧਰ 'ਚ ਹੀ ਬਣ ਕੇ ਰਹਿ ਗਈ, ਕਿਉਂਕਿ ਜਲੰਧਰ ਦੇ ਵਿੱਚੋਂ 80% ਜਿਹੜੇ NRIs ਬਾਹਰ ਗਏ ਉਹਨਾਂ ਦੇ ਕੇਸਿਸ ਜਿਹੜੇ ਜਲੰਧਰ ਬੇਸਡ ਹੈਗੇ ਆ। ਲੇਕਿਨ ਮੈਂ ਸਰਕਾਰ ਦੇ ਨਾਲ ਵੀ ਸਹਿਮਤ ਹਾਂ, ਕਿਉਂਕਿ ਜੇ ਤੁਸੀਂ ਕੋਈ ਜੱਜ ਬਿਠਾਉਂਦੇ ਆ, ਉਹਦਾ ਖਰਚਾ ਜਿਹੜਾ ਆ, ਉਹਦੇ ਅਮਲੇ ਦਾ ਖਰਚਾ ਆ, ਉਹ 25 ਤੋਂ 30 ਲੱਖ ਰੁਪਈਆ ਮਹੀਨੇ ਦਾ ਖਰਚ ਹੈਗਾ। ਅਤੇ ਜੇ ਉੱਥੇ ਕੇਸ ਨਹੀਂ ਹੋਣਗੇ NRIs ਦੇ, ਅਤੇ ਉਹ ਬੜੀ ਪ੍ਰੋਬਲਮ ਕ੍ਰੀਏਟ ਹੁੰਦੀ ਆ, ਪੈਸੇ ਦੀ ਵੇਸਟੇਜ ਵੀ ਹੁੰਦੀ ਆ। ਇਸ ਕਰਕੇ ਅਸੀਂ ਪਲਾਨ ਤਾਂ ਕੀਤਾ ਸੀਗਾ ਵੀ ਜਲੰਧਰ ਹੀ ਇੱਕ ਜਿਹੜੀ NRIs ਦੀ ਕੋਰਟ ਬਣੀ ਆ, ਸਾਰੇ ਜਿਹੜੇ ਬਾਕੀ ਡਿਸਟ੍ਰਿਕਟਸ ਦੇ ਹੈਗੇ ਆ
ਉਹ ਵੀ ਜਲੰਧਰ ਹੀ ਸ਼ਿਫਟ ਹੋ ਜਾਣ ਤੇ ਉਹਨਾਂ ਨੂੰ ਜਲਦੀ ਤੋਂ ਜਲਦੀ ਮਿਲੇ, ਜਸਟਿਸ ਮਿਲੇ। ਉਹ ਹੋ ਨਹੀਂ ਪਾਇਆ ਕਿਉਂਕਿ ਹੁਣ ਸਾਡੀਆਂ ਇਲੈਕਸ਼ਨਸ ਹੋਈਆਂ ਸੀ, ਸਾਡੇ ਪ੍ਰੈਜ਼ੀਡੈਂਟ ਸਾਹਿਬ ਬਣੇ, ਉਹ ਚਲੇ ਗਏ। ਇਹ ਚੀਜ਼ਾਂ ਅਸੀਂ ਰਲ ਕੇ ਚੱਕਣੀਆਂ ਸੀਗੀਆਂ, ਲੇਕਿਨ ਉਹ ਉਹਨਾਂ ਦੇ ਜਾਣ ਦੇ ਨਾਲ ਜਿਹੜਾ NRI ਸਭਾ ਦਾ ਕੰਮ ਹੈ ਉਹ ਠੱਪ ਦਾ ਠੱਪ ਹੀ ਰਹਿ ਗਿਆ। ਜੀ, ਜਿਵੇਂ ਤੁਸੀਂ ਦੱਸਿਆ ਕਿ 20% ਜਿਹੜੇ ਲੋਕ ਨੇ NRIs ਉਹ ਦੂਜੇ ਇਲਾਕਿਆਂ ਤੋਂ ਆਉਂਦੇ ਨੇ, 80% ਜਲੰਧਰ ਤੋਂ ਨੇ, ਤਾਂ ਉਹਨਾਂ ਨੂੰ ਕਿੰਨੀ ਕੁ ਅਵੇਅਰਨੈਸ ਹੈਗੀ ਹੈ, ਉਹ ਕਿਸ ਤਰ੍ਹਾਂ ਪਹੁੰਚ ਕਰ ਪਾਉਂਦੇ ਨੇ ਇਨਸਾਫ ਦੇ ਲਈ? ਦੇਖੋ, ਅਵੇਅਰਨੈਸ ਤਾਂ ਇੱਕ ਬਹੁਤ ਵੱਡੀ ਸੰਸਥਾ ਹੈਗੀ ਹੈ ਜਿਹੜੀ ਤਕਰੀਬਨ ਹਰ ਇੱਕ ਬੰਦੇ ਨੂੰ ਬਾਹਰ ਪਤਾ ਹੈ ਵੀ ਸਾਡੀ ਇੱਕ ਸੰਸਥਾ ਹੈਗਾ NRI, ਸਾਡੀ ਸਭਾ ਬਣੀ ਹੋਈ ਆ, ਉੱਥੇ ਸਾਡੇ ਕੰਮ ਸਾਨੂੰ ਸੁਣਿਆ ਜਾਂਦਾ ਆ। ਅਵੇਅਰਨੈਸ ਦੇ ਬਾਰੇ ਤਾਂ ਕੋਈ ਐਸੀ ਗੱਲ ਨਹੀਂ ਜੀ, ਸਾਰਿਆਂ ਨੂੰ ਪਤਾ ਹੈਗਾ। ਇਲੈਕਸ਼ਨ ਦਾ ਵੀ ਮੋਡ ਸਾਰਿਆਂ ਨੂੰ ਪਤਾ ਹੁੰਦਾ ਵੀ ਜਦੋਂ ਇਲੈਕਸ਼ਨ ਹੁੰਦੀ ਤਕਰੀਬਨ ਕੋਸ਼ਿਸ਼ ਕਰਦੇ ਆ ਜਿਹੜੇ ਵੀ ਅਸੀਂ ਉੱਥੇ ਹੀ ਹੋਈਏ ਤੇ ਆਪਣੀ ਵੋਟ ਪਾਈਏ, ਬੰਦਾ ਇਲੈਕਟ ਕਰੀਏ। ਲੇਕਿਨ ਸਮ ਟਾਈਮ ਪ੍ਰੋਬਲਮ ਆ ਜਾਂਦੀਆਂ, ਫਿਰ ਉਹ ਸਰਕਾਰਾਂ ਦੇ ਥਰੂ ਹੱਲ ਹੁੰਦੀਆਂ। ਠੀਕ ਹੈ ਗਿੱਲ ਸਾਹਿਬ, NRIs ਨੂੰ ਬਹੁਤ ਤਰ੍ਹਾਂ ਦੀਆਂ ਜਿਹੜੀਆਂ ਦਿੱਕਤਾਂ ਪੇਸ਼ ਆਉਂਦੀਆਂ ਨੇ, ਖਾਸ ਕਰਕੇ ਪੰਜਾਬ ਦੇ ਅੰਦਰ, ਜਿਵੇਂ ਜ਼ਮੀਨਾਂ 'ਤੇ ਉਹਨਾਂ ਦੇ ਕਬਜ਼ੇ ਹੋ ਜਾਂਦੇ ਨੇ ਔਰ ਸੁਣਵਾਈ ਕਿਤੇ ਹੁੰਦੀ ਨਹੀਂ। ਔਰ ਹੁੰਦਾ ਕੀ ਹੈ ਕਿ ਉਹ ਹਰ 2 ਮਹੀਨੇ ਬਾਅਦ ਤਾਂ ਬਾਹਰੋਂ ਆ ਨਹੀਂ ਸਕਦੇ, ਬੜਾ ਮੁਸ਼ਕਲ ਹੈ ਬਾਹਰੋਂ ਦੀ ਇੱਥੇ ਆਉਣਾ। ਤਾਂ NRI ਸਭਾ ਜਿਹੜੀ ਹੈ ਉਹ ਕਿਸ ਤਰ੍ਹਾਂ ਦੇ ਨਾਲ ਰੋਲ ਪਲੇ ਕਰਦੀ ਹੈ ਇਹਨਾਂ ਸਮੱਸਿਆਵਾਂ ਨੂੰ ਸੁਲਝਾਉਣ ਵਾਸਤੇ? ਇਸ ਬਾਰੇ ਸਾਨੂੰ ਥੋੜ੍ਹਾ ਜਿਹਾ ਦੱਸੋ। ਜਿੱਦਾਂ ਜਦੋਂ NRI ਸਭਾ ਸਟੈਬਲਿਸ਼ ਹੋਈ ਜੀ, ਇਹਨੂੰ ਇੱਕ ਦਰਜਾ ਦਿੱਤਾ ਗਿਆ, ਸਰਕਾਰ ਨੇ ਇਹਨੂੰ ਰੈਕੋਗਨਾਈਜ਼ ਕੀਤਾ ਗਿਆ ਭਈ ਅਸੀਂ ਇਹਨੂੰ ਰੈਕੋਗਨਾਈਜ਼ ਕਰਦੇ ਹਾਂ, ਇਸ ਤੋਂ ਬਾਅਦ ਕੋਈ ਹੋਰ ਸਭਾ ਖੁੱਲੂਗੀ ਨਹੀਂ। ਵਾਕਿਆ ਹੀ ਇਹ ਗੱਲ ਇੱਦਾਂ ਹੀ ਹੋਈ। ਇੱਕ ਸਰਕਾਰ ਦੇ ਵਿੱਚ ਅਸੀਂ ਮੀਡੀਏਟਰ ਹਾਂ, ਸਾਡੇ ਕੋਲ ਪ੍ਰੋਬਲਮਸ ਆਉਂਦੀਆਂ NRI ਦੀਆਂ, ਸਾਡੇ ਕੋਲ ਜਿਹੜੀਆਂ ਪ੍ਰੋਬਲਮਸ ਆਉਂਦੀਆਂ ਅਸੀਂ ਉਹਨਾਂ ਨੂੰ ਅੱਗੇ ਸਰਕਾਰ ਤੱਕ ਪਹੁੰਚਾਉਂਦੇ ਹਾਂ। ਔਰ ਸਭ ਤੋਂ ਵੱਡਾ ਉਪਰਾਲਾ ਸਰਕਾਰ ਨੇ ਇਹ ਵਧੀਆ ਕੀਤਾ ਵੀ ਜਿਹੜੇ IG ਲੈਵਲ ਤਾਈਂ ਬੰਦਾ ਆ ਪੁਲਿਸ ਦੇ ਵਿੱਚ, ਉਹ ਸਾਡੀਆਂ ਪ੍ਰੋਬਲਮ ਜਿਹੜੀਆਂ ਇਹ ਸੁਣਦੇ ਆ, ਤੇ ਜੇ ਕੰਮ ਹੋਣ ਵਾਲਾ ਹੋਵੇ ਤਾਂ ਕਰਵਾ ਦਿੰਦੇ ਆ, ਜੇ ਨਹੀਂ ਕੰਮ ਹੋਣ ਵਾਲਾ ਹੁੰਦਾ ਉਹ ਸਾਨੂੰ ਰეკਮੈਂਡ ਕਰ ਦਿੰਦੇ ਆ ਵੀ ਤੁਹਾਨੂੰ ਕੋਰਟ ਦੀ ਜ਼ਰੂਰਤ ਆ। ਸੇਮ ਚੀਜ਼ ਅਸੀਂ ਉਹ ਇੰਪਲੀਮੈਂਟ ਆਪਣੇ ਜਿਹੜੇ NRI ਸਾਡੇ ਕੋਲ ਆਉਂਦੇ ਵੀ ਆ ਉਹਨਾਂ ਤੋਂ ਵੀ ਕਰਾਉਂਦੇ ਆ, ਉਹਨਾਂ ਨੂੰ ਸਮਝਾਉਂਦੇ ਆ ਵੀ ਇੱਦਾਂ ਤੁਹਾਡਾ ਮਸਲਾ ਜਿਹੜਾ ਹੱਲ ਹੋ ਸਕਦਾ, ਇੱਦਾਂ ਨਹੀਂ ਹੋ ਸਕਦਾ, ਤੇ ਇੱਦਾਂ ਆਪਾਂ ਨੂੰ ਕੋਰਟ ਦੀ ਜ਼ਰੂਰਤ ਪੈਣੀ ਆ। ਤੇ ਇੱਦਾਂ ਹੀ ਕਾਫੀ ਕਿਸਮ ਦੇ ਕੇਸ ਆਉਂਦੇ ਸਾਡੇ ਕੋਲ, ਜਿੱਦਾਂ ਜ਼ਮੀਨਾਂ ਦੇ ਉੱਤੇ ਕਬਜ਼ੇ ਸਾਨੂੰ ਸਭ ਤੋਂ ਵੱਡੀ ਪ੍ਰੋਬਲਮ ਇਹੀ ਆਉਂਦੀ ਆ ਵੀ ਕਬਜ਼ੇ ਹੋਰ ਕਿਸੇ ਬਾਹਰਲੇ ਬੰਦੇ ਨੇ ਨਹੀਂ ਕੀਤੇ ਹੁੰਦੇ, ਫੈਮਿਲੀ ਦੇ ਵਿੱਚੋਂ ਹੀ ਕੀਤੇ ਹੁੰਦੇ। ਭੈਣ ਭਰਾ ਹੀ ਨਹੀਂ ਇੱਕ ਦੂਜੇ ਦੀ ਜ਼ਮੀਨ ਛੱਡਦੇ, ਸੋ ਉਹ ਸਾਰੀ ਉਮਰ ਬਾਹਰ ਕੰਮ ਕਰਦੇ ਰਹਿੰਦੇ ਆ। ਜਿਹੜੇ ਆਪਣੇ NRI ਭਰਾ ਹੈਗੇ ਆ, ਭੇਜਦੇ ਰਹਿੰਦੇ ਪੈਸੇ, ਇਨ ਦਾ ਐਂਡ ਜਦੋਂ ਆਪਣਾ ਹਿੱਸਾ ਮੰਗਦੇ ਆ ਤੇ ਉਹ ਬੇਗਾਨੇ ਹੋ ਜਾਂਦੇ ਆ। ਇੱਦਾਂ ਦੀਆਂ ਸਾਨੂੰ ਪ੍ਰੋਬਲਮ ਆਉਂਦੀਆਂ। ਇਹ ਅਸੀਂ ਜਾਂ ਤਾਂ ਇਹਨਾਂ ਨੂੰ ਬੈਠ ਕੇ ਪੈਸੀਫਾਈ ਕਰ ਦਈਦਾ ਹੈਗਾ, ਕਰਵਾ ਦਈਦਾ, ਇੱਕ ਦੂਜੇ ਦਾ ਸਮਝੌਤਾ ਕਰਾ ਦਈਦਾ। ਐਂਡ ਜਿਹੜੀਆਂ ਅੱਛੀਆਂ ਫੈਮਿਲੀਜ਼ ਆ, ਪੜ੍ਹੀਆਂ ਲਿਖੀਆਂ ਫੈਮਿਲੀਜ਼ ਆ, ਉਹ ਤਾਂ ਸਾਡੀ ਗੱਲ ਮੰਨ ਲੈਂਦੀਆਂ। ਪਰ ਕਈ ਵਾਰੀ ਇੰਨਾ ਮਸਲਾ ਵੱਧ ਜਾਂਦਾ, ਉਹ ਫਿਰ ਸਾਨੂੰ ਕੋਰਟ ਦੀ ਮਦਦ ਲੈਣੀ ਪੈਂਦੀ ਆ। ਲੇਕਿਨ ਅਸੀਂ ਉਹਨਾਂ ਨੂੰ ਗਾਈਡ ਕਰਦੇ ਹਾਂ। ਅੱਛੇ ਜਿਹੜੇ ਲਾਇਰ ਆ, ਅਸੀਂ ਲਾਇਰ ਦਾ ਨਾਂ ਤਾਂ ਨਹੀਂ ਦਿੰਦੇ, ਲੇਕਿਨ ਫਿਰ ਵੀ ਉਹਨਾਂ ਨੂੰ ਗਾਈਡ ਕਰ ਦਈਦਾ ਵੀ ਅੱਛਾ ਲਾਇਰ ਕਰੋ ਤੇ ਤੁਹਾਨੂੰ ਜਿਹੜੀ ਪ੍ਰੋਬਲਮ ਦੀ ਜਿਹੜਾ ਹੱਲ ਆ ਉਹ ਤੁਹਾਨੂੰ ਲੱਭ ਪਊਗਾ। ਅੱਛਾ, ਹੋਰ ਬੜੀਆਂ ਪ੍ਰੋਬਲਮਸ ਆ, ਜਿੱਦਾਂ ਤੁਹਾਡੀ ਡਿਵੀਜ਼ਨ ਜਿਹੜੀ ਆ ਆਪਣੇ ਜਦੋਂ ਤੁਸੀਂ ਕਰਨੀ ਆ, ਉਹ ਤੁਹਾਨੂੰ ਇੱਕ ਭਰਾ ਆਉਂਦਾ ਆ ਤਰੀਕਾਂ ਤੇ ਇੱਕ ਆਉਂਦਾ ਹੀ ਨਹੀਂ, ਸੋ ਇਟ ਟੇਕਸ ਲੌਂਗ ਟਾਈਮ। ਫਿਰ ਅਸੀਂ ਇਹ ਚੀਜ਼ ਸਰਕਾਰ ਨਾਲ ਚੱਕੀ, ਸਰਕਾਰ ਨਾਲ ਸਾਡੀਆਂ ਮੀਟਿੰਗਸ ਵੀ ਹੋਈਆਂ, ਉਹਦੇ ਉੱਤੇ ਫੈਸਲਾ ਲਿਆ ਗਿਆ ਵੀ ਇਹਨੂੰ ਟਾਈਮ ਬਾਉਂਡ ਕਰ ਦਿੱਤਾ ਜਾਵੇ। ਜਦੋਂ ਟਨਿਓਰ ਖਤਮ ਹੋ ਜਾਂਦੀ ਹੈ NRI ਸਭਾ ਦੀ, ਤੇ ਫਿਰ ਜਿਹੜੀਆਂ ਗੱਲਾਂ ਚੱਲਦੀਆਂ ਹੁੰਦੀਆਂ ਉਹ ਸਾਰੀਆਂ ਉੱਥੇ ਦੀਆਂ ਉੱਥੇ ਠੱਪ ਹੋ ਜਾਂਦੀਆਂ, ਮੀਟਿੰਗਸ ਬੰਦ ਹੋ ਜਾਂਦੀਆਂ। ਜਿਹੜਾ ਰਾਬਤਾ ਸਾਡਾ ਸਰਕਾਰ ਨਾਲ ਬਣਿਆ ਹੁੰਦਾ ਉਹ ਉੱਥੇ ਹੀ ਬੰਦ ਹੋ ਜਾਂਦਾ। ਇਹ ਸਾਰੀਆਂ ਸਾਨੂੰ ਪ੍ਰੋਬਲਮ ਆਉਂਦੀਆਂ। ਲੇਕਿਨ ਇਹਦੇ ਲਈ ਮੈਂ ਰਿਕੁਐਸਟ ਇਹ ਵੀ ਕਰੂੰਗਾ ਸਰਕਾਰ ਲਈ ਵੀ ਸਾਡੀ ਜਿਹੜੀ ਜਨਰਲ ਹਾਊਸ ਮੀਟਿੰਗ ਦੇ ਵਿੱਚ ਰੱਖ ਕੇ ਟਨਿਓਰ ਦਾ ਟਾਈਮ ਥੋੜ੍ਹਾ ਜਿਹਾ ਵਧਾਇਆ ਜਾਵੇ, ਕਿਉਂਕਿ ਉਲੀਕੇ ਕੰਮ ਸਾਡੇ ਰੁਕਣੇ ਨਹੀਂ ਚਾਹੀਦੇ। ਉਹ ਸਾਰੇ ਜੇ ਉਲੀਕ ਹੋ ਜਾਣ ਤੇ ਸਾਡੇ NRI ਭੈਣ ਭਰਾਵਾਂ ਨੂੰ ਬਹੁਤ ਸੌਖ ਹੋ ਜਾਊਗੀ। ਜਿਵੇਂ NRIs ਜਿਹੜੇ ਨੇ ਉਹਨਾਂ ਦੀਆਂ ਜ਼ਮੀਨਾਂ ਤੇ ਜਿਹੜੇ ਕਬਜ਼ੇ ਨੇ, ਇਹ ਕੋਈ ਨਵਾਂ ਮਾਮਲਾ ਨਹੀਂ ਹੈ, ਬਹੁਤ ਸਾਲਾਂ ਤੋਂ ਇਸ ਤਰ੍ਹਾਂ ਕਬਜ਼ੇ ਹੋ ਰਹੇ ਨੇ। ਕੀ ਇਸ ਤਰ੍ਹਾਂ ਹੁਣ ਹੋਇਆ ਹੈ ਕਿ ਥੋੜ੍ਹੇ ਸੂਝਵਾਨ ਹੋਏ ਹੁਣ NRIs ਜਿਹੜੇ ਨੇ, ਜਾਣ ਤੋਂ ਪਹਿਲਾਂ ਪੱਕਾ ਇੰਤਜ਼ਾਮ ਕਰਕੇ ਜਾਂਦੇ ਹੋਣ, ਇਸ ਤਰ੍ਹਾਂ ਦਾ ਕੁਝ
ਬਿਲਕੁਲ ਜੀ 13-20 ਇੱਕ ਲਾਅ ਬਣਿਆ ਹੈਗਾ ਉਹਦੇ ਹਿਸਾਬ ਨਾਲ ਤੁਸੀਂ ਆਪਣੀ ਜ਼ਮੀਨ ਠੇਕੇ ਤੇ ਦਿਓ, ਐਗਰੀਮੈਂਟ ਕਰਕੇ ਦਿਓ ਤੇ ਉਹਨਾਂ ਨੂੰ ਲਾਜ਼ਮੀ ਖਾਲੀ ਕਰਨੀ ਹੀ ਪਊਗੀ। ਇੱਦਾਂ ਦੇ ਕਾਫੀ ਲਾਅਜ਼ ਆ, ਅਸੀਂ ਕਾਫੀ ਅਵੇਅਰਨੈਸ ਲਿਆਂਦੀ ਇਹਨਾਂ ਬਾਰੇ ਐਂਡ ਵੀ ਵਿਲ ਸਟਿਲ ਡੂ ਇਟ and we will look into the interest of the NRIs, especially why I'm talking in English is because ਜਿਹੜੀ ਸਾਡੀ ਉੱਥੇ ਜਨਰੇਸ਼ਨ ਆ they only can understand English and all, you know, so ਅਸੀਂ ਚਾਹੁੰਦੇ ਵੀ if even they are coming to India so that we can explain them, we can guide them in a good way. That is why we are doing it and we will do it. ਜੀ ਹੁਣ ਆਪਾਂ ਜਿਵੇਂ ਗੱਲ ਕਰੀਏ ਵਿਆਹ ਦੀ ਗੱਲ ਕਰੀਏ, ਵਿਆਹ ਕਰਾ ਕੇ NRI ਮੁੰਡੇ ਚਲੇ ਜਾਂਦੇ ਨੇ, ਬਹੁਤ ਸਾਰੇ ਮਾਮਲੇ ਇਸ ਤਰ੍ਹਾਂ ਦੇ ਪੇਸ਼ ਆਉਂਦੇ ਨੇ ਕਿ ਉਹ ਵਾਪਸ ਨਹੀਂ ਆਉਂਦੇ ਔਰ ਵਾਪਸ ਨਹੀਂ ਆਉਂਦੇ, ਖੈਰ ਖਬਰ ਜਿਹੜੀ ਆ ਬਿਲਕੁਲ ਨਹੀਂ ਲੈਂਦੇ ਹੈ ਨਾ। ਇਸ ਦੇ ਨਾਲ ਹੀ ਹੁਣ ਜਿਵੇਂ ਕੈਨੇਡਾ ਜਾਣ ਦਾ ਬਹੁਤ ਰੁਝਾਨ ਵੀ ਵਧਿਆ ਔਰ ਹੁਣ ਇਸ ਤਰ੍ਹਾਂ ਦੇ ਮਾਮਲੇ ਆਉਣ ਲੱਗ ਪਏ ਨੇ ਕਿ ਕੁੜੀਆਂ ਆਇਲਟਸ ਕਰਕੇ ਚਲੀਆਂ ਜਾਂਦੀਆਂ ਨੇ, ਵਿਆਹ ਕਰਾ ਕੇ ਖਰਚਾ ਜਿਹੜਾ ਮੁੰਡੇ ਵਾਲੇ ਕਰਦੇ ਨੇ ਔਰ ਉਸ ਤੋਂ ਬਾਅਦ ਕੁੜੀਆਂ ਚਲੇ ਜਾਂਦੀਆਂ ਨੇ ਖਰਚਾ ਕਰਵਾ ਕੇ ਔਰ ਮੁੜ ਕੇ ਉਹ ਵਾਪਸ ਨਾ ਆਉਂਦੀਆਂ ਨੇ ਤੇ ਨਾ ਹੀ ਜਿਹੜਾ ਸਪਾਊਸ ਉਹਨਾਂ ਦਾ ਮੁੰਡਾ ਜਿਹੜਾ ਹੈਗਾ ਉਹਨੂੰ ਬੁਲਾਉਂਦੀਆਂ ਨੇ। ਸੋ ਇਸ ਤਰ੍ਹਾਂ ਦੇ ਮਾਮਲਿਆਂ ਦੇ ਨਿਪਟਾਰੇ ਦੇ ਵਿੱਚ NRI ਸਭਾ ਦੀ ਭੂਮਿਕਾ ਬਾਰੇ ਤੁਸੀਂ ਸਾਨੂੰ ਦੱਸੋ। ਵੈਲ ਇਹ ਬਹੁਤ ਤੁਸੀਂ ਵੱਡਾ ਕੁਐਸਚਨ ਕਰ ਲਿਆ ਕਿਉਂਕਿ ਤੁਸੀਂ ਆਪ ਯੂ ਆਰ ਫੀਮੇਲ ਐਂਡ you are telling your own problems and what you are doing ਔਰ ਜੋ ਲੜਕੀਆਂ ਕਰਦੀਆਂ ਹੈਗੀਆਂ ਉਹ ਥੋੜ੍ਹਾ ਜਿਹਾ ਐਕਸਟਰਾordinary ਅੱਜ ਕੱਲ੍ਹ ਹੋ ਗਿਆ। ਅਸੀਂ 12,500 ਪਿੰਡ ਆਪਣਾ ਹੈਗਾ ਜੀ ਪੰਜਾਬ ਦਾ, ਅਸੀਂ ਇਕੱਲੇ ਪਿੰਡ ਨੂੰ ਅਵੇਅਰਨੈਸ ਦੇ ਲਈ ਖੱਤ ਪਾਏ ਭਈ ਤੁਸੀਂ ਸਾਨੂੰ ਰਿਸਪੌਂਡ ਜ਼ਰੂਰ ਕਰਿਓ। ਕਿਸੇ ਨੇ ਸਾਨੂੰ ਜਵਾਬ ਨਹੀਂ ਦਿੱਤਾ। ਨੋਟ 12,500 ਪਿੰਡ 'ਚੋਂ ਇੱਕ ਵੀ ਸਾਨੂੰ ਵਾਪਸ ਚਿੱਠੀ ਨਹੀਂ ਆਈ। ਪ੍ਰੋਬਲਮਸ ਤਾਂ ਬਹੁਤ ਹੈਗੀਆਂ ਜੀ। ਅੱਜ ਕੱਲ੍ਹ ਜਿਹੜਾ ਐਜੂਕੇਸ਼ਨ ਦਾ ਸਾਰਾ ਸਿਲਸਿਲਾ ਬਦਲ ਗਿਆ ਹੈਗਾ, ਥੋੜ੍ਹੇ ਬੱਚੇ ਵੀ ਇੰਡੀਪੈਂਡੈਂਟ ਹੋ ਗਏ ਆ ਬਟ ਸਟਿਲ ਅਜੇ ਸਾਡੇ ਜਿਹੜੇ ਪੇਰੈਂਟਸ ਆ ਉਹ ਪੁਰਾਣੀ ਸੋਚ ਲੈ ਕੇ ਬੈਠੇ ਆ। ਜਦੋਂ ਰਿਸ਼ਤਾ ਹੁੰਦਾ ਤੇ ਆਪਾਂ ਰਿਸ਼ਤੇ ਬਾਰੇ ਗੱਲ ਹੀ ਨਹੀਂ ਕਰਦੇ ਕਿਸੇ ਨੂੰ। ਕੁੜੀ ਮੁੰਡੇ ਨੂੰ ਐਵੇਂ 10-15 ਮਿੰਟ ਲਈ ਮਿਲਾਇਆ, 15 ਮਿੰਟ ਦੇ ਨਾਲ ਤੁਸੀਂ ਕਿਸੇ ਨੂੰ ਜੱਜ ਨਹੀਂ ਕਰ ਸਕਦੇ। ਅਸੀਂ ਉਹਨਾਂ ਨੂੰ ਕਿਹਾ ਵੀ ਇਹਨਾਂ ਨੂੰ ਟਾਈਮ ਦਿਓ ਥੋੜ੍ਹਾ ਜਿਹਾ, ਵੀ ਹੈਵ ਟੂ ਚੇਂਜ। ਔਰ ਜੋ ਪਬਲਿਕਲੀ ਥੋੜ੍ਹਾ ਜਿਹਾ ਆਪਣੇ ਰਿਸ਼ਤੇਦਾਰੀ ਦੇ ਵਿੱਚ ਭੈਣ ਭਰਾਵਾਂ ਦੇ ਵਿੱਚ ਥੋੜ੍ਹਾ ਜਿਹਾ ਦੱਸੋ ਵੀ ਸਾਡਾ ਬੱਚੀ ਦਾ ਜਾਂ ਬੱਚੇ ਦਾ ਰਿਸ਼ਤਾ ਜਿਹੜਾ ਹੋਣ ਲੱਗਾ। ਅਸੀਂ ਉਹ ਚੀਜ਼ ਕਰਦੇ ਨਹੀਂ। ਜਦੋਂ ਆਪਾਂ ਕਰਦੇ ਨਹੀਂ, ਜਦੋਂ ਮੈਰਿਜ ਹੋ ਜਾਂਦੀ ਹੈ ਉਦੋਂ ਬਾਅਦ ਪ੍ਰੋਬਲਮ ਸ਼ੁਰੂ ਹੋ ਜਾਂਦੀਆਂ ਕਿਉਂਕਿ ਪ੍ਰੋਬਲਮ ਤਾਂ ਮੈਰਿਜ ਤੋਂ ਬਾਅਦ ਹੀ ਸ਼ੁਰੂ ਹੋਣੀਆਂ, ਪਹਿਲਾਂ ਤਾਂ ਹੋਣੀਆਂ ਨਹੀਂ। ਸੋ ਸਾਡੇ 'ਚ ਅਵੇਅਰਨੈਸ ਹੈ ਨਹੀਂ ਇਸ ਚੀਜ਼ ਦੀ। ਅਸੀਂ ਚਾਹੁੰਦੇ ਹਾਂ ਵੀ ਬੱਚੇ ਜਿਹੜੇ ਇੱਕ ਦੂਜੇ ਦੇ ਨਾਲ ਹੋਣ, ਫੈਮੀਲੀਅਰ ਹੋਣ, ਇੱਕ ਦੂਜੇ ਨੂੰ ਜ਼ਿਆਦਾ ਜਾਣਨ, ਇੱਕਦਮ ਨਾ ਕਰੀਏ। ਇਹ ਜਿਹੜੀ ਪ੍ਰੋਬਲਮ ਅਸੀਂ ਸਰਟਨ ਅੰਬੈਸੀਡਰਾਂ ਨਾਲ ਵੀ ਚੱਕੀ ਸੀ, ਇੰਗਲੈਂਡ ਦੇ ਕੌਂਸੂਲੇਟ ਜਨਰਲ ਨਾਲ ਵੀ ਚੱਕੀ, ਕੈਨੇਡਾ ਦੇ ਕੌਂਸੂਲੇਟ ਜਨਰਲ ਨਾਲ ਵੀ ਚੱਕੀ ਵੀ ਸਾਨੂੰ ਥੋੜ੍ਹਾ ਜਿਹਾ ਬੱਚੀ ਜਾਂ ਬੱਚੇ ਬਾਰੇ ਦੱਸਿਆ ਜਾਵੇ, ਇਹਨਾਂ ਦਾ ਜਿਹੜਾ ਹਿਸਟਰੀ ਦੱਸੀ ਜਾਵੇ ਕਿਉਂਕਿ ਉਹ ਤਾਂ ਮੁਲਕ ਬਹੁਤ ਅੱਗੇ ਆ। ਉਹਨਾਂ ਕੋਲ ਇਕੱਲੇ ਬੰਦੇ ਬੱਚੇ ਦੀ ਜਾਂ ਸਿਟੀਜ਼ਨ ਜਿਹੜੇ ਹੈਗੇ ਉਹਨਾਂ ਦਾ ਸਾਰਾ ਬਾਇਓਡਾਟਾ ਹੁੰਦਾ ਵੀ ਇਹ ਕੀ ਕਰਦੇ, ਕਿੱਥੇ ਕੰਮ ਕਰਦੇ ਆ, ਇਹਦਾ ਰਿਕਾਰਡ ਕੀ ਆ। ਲੇਕਿਨ ਸਾਨੂੰ ਕਿਸੇ ਨੇ ਵੀ ਅਜੇ ਹਾਂ ਨਹੀਂ ਕੀਤੀ। ਹੌਲੀ ਪ੍ਰੋਗਰੈਸ ਕਰ ਰਹੇ ਸੀ, ਫਿਰ ਟਨਿਓਰ ਵਾਲੀ ਗੱਲ ਆ ਜਾਂਦੀ ਅੱਗੇ। ਜੇ ਟਨਿਓਰ ਥੋੜ੍ਹੀ ਲੰਬੀ ਹੋਵੇ ਤਾਂ ਦੈਨ ਯੂ ਕੈਨ ਫੋਲੋ ਅਪ ਆਲਸੋ। ਇਹ ਸਾਨੂੰ ਪ੍ਰੋਬਲਮਸ ਆਉਂਦੀਆਂ। ਅਸੀਂ ਅਵੇਅਰਨੈਸ ਤਾਂ ਲਿਆਉਣ ਦੀ ਕੋਸ਼ਿਸ਼ ਕਰਦੇ ਹਾਂ, ਲੇਕਿਨ ਇਹਦੇ ਲਈ ਸਾਨੂੰ ਸਰਕਾਰਾਂ ਦੀ ਵੀ ਥੋੜ੍ਹੀ ਜਿਹੀ ਮਦਦ ਦੀ ਜ਼ਰੂਰਤ ਹੈਗੀ। ਇਹ ਇਕੱਲੇ ਨਹੀਂ ਕਰ ਸਕਦੇ ਕਿਉਂਕਿ ਐਡਮਿਨਿਸਟ੍ਰੇਸ਼ਨ ਇੱਕ ਬਹੁਤ ਅੱਛਾ ਜਿਹੜਾ ਰੋਲ ਅਦਾ ਕਰਦੀ ਆ ਬਿਟਵੀਨ NRI ਸਭਾ ਤੇ ਜਿਹੜੇ ਪੇਰੈਂਟਸ ਆ, ਇਹਨਾਂ ਨੂੰ ਵੀ ਕੈਨ ਗਾਈਡ ਦੈਮ ਇਨ ਅ ਗੁੱਡ ਵੇ ਟੂਗੈਦਰ। ਜਦੋਂ ਅਸੀਂ ਇਕੱਠੇ ਕੰਮ ਕਰਾਂਗੇ ਸਰਕਾਰ ਦੇ ਨਾਲ ਰਲ ਕੇ ਤੇ ਅਸੀਂ ਇਹਨੂੰ ਹੋਰ ਵੀ ਅੱਛੇ ਤਰੀਕੇ ਨਾਲ ਚਲਾ ਸਕਦੇ ਹਾਂ। ਜੀ ਗਿੱਲ ਸਾਹਿਬ, ਇਸੇ ਮਸਲੇ ਤੇ ਅਸੀਂ ਗੱਲਬਾਤ ਜਾਰੀ ਰੱਖਾਂਗੇ। ਸਮਾਂ ਹੋ ਰਿਹਾ ਇੱਕ ਛੋਟੇ ਜਿਹੇ ਬ੍ਰੇਕ ਦਾ, ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ। ਪੰਜਾਬ ਮੇਲ USA ਚੈਨਲ ਦਾ ਸ਼ਾਨਦਾਰ ਉਪਰਾਲਾ। ਅਮਰੀਕਾ ਦੀ ਇਮੀਗ੍ਰੇਸ਼ਨ ਪਾਲਿਸੀ 'ਚ ਲੇਟੈਸਟ ਕੀ ਚੱਲ ਰਿਹਾ ਹੈ? ਅਮਰੀਕਾ ਦੀ ਸਿਆਸਤ ਕਿੱਦਾਂ ਰੰਗ ਬਦਲ ਰਹੀ ਹੈ? ਇਹ ਸਭ ਜਾਣਨ ਲਈ ਵੇਖੋ ਪੰਜਾਬ ਮੇਲ USA ਚੈਨਲ ਦਾ ਸਪੈਸ਼ਲ ਸ਼ੋਅ US Immigration and Politics
with attorney at law Jaspreet Singh. ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਸਵਾਗਤ ਹੈ। ਪ੍ਰੋਗਰਾਮ ਚੱਲ ਰਿਹਾ ਜੀ ਪੰਜਾਬ ਚਰਚਾ। ਗੱਲ ਹੋ ਰਹੀ ਹੈ NRIs ਦੀਆਂ ਸਮੱਸਿਆਵਾਂ ਬਾਰੇ ਔਰ NRI ਸਭਾ ਕਿਵੇਂ ਕੰਮ ਕਰਦੀ ਹੈ, ਉਹਦੀ ਕੀ ਭੂਮਿਕਾ ਰਹਿੰਦੀ ਹੈ ਇਹਨਾਂ ਸਮੱਸਿਆਵਾਂ ਦੇ ਹੱਲ ਬਾਰੇ। ਔਰ ਇਸ ਵਿਸ਼ੇ 'ਤੇ ਸਾਡੇ ਨਾਲ ਗੱਲਬਾਤ ਕਰ ਰਹੇ ਨੇ ਸਰਦਾਰ ਜਸਵੀਰ ਸਿੰਘ ਗਿੱਲ ਹੋਰੀ, ਜੋ ਕਿ ਸਾਬਕਾ ਪ੍ਰੈਜ਼ੀਡੈਂਟ ਨੇ NRI ਸਭਾ ਦੇ। ਸੋ ਗਿੱਲ ਸਾਹਿਬ, ਜਿਵੇਂ ਅਸੀਂ ਗੱਲ ਕਰ ਰਹੇ ਸੀ ਵਿਆਹਾਂ ਦੀ ਕਿ ਮੁੰਡੇ ਵਿਆਹ ਕਰਕੇ ਚੱਲ ਜਾਂਦੇ ਨੇ, ਫਿਰ ਕੁੜੀ ਨੂੰ ਬੁਲਾਉਂਦੇ ਨਹੀਂ ਹੈਗੇ ਬਾਹਰ, ਔਰ ਕੁੜੀਆਂ ਦੇ ਨਾਲ ਵੀ ਇਸ ਤਰ੍ਹਾਂ ਦੇ ਅੱਜ ਕੱਲ੍ਹ ਮਾਮਲੇ ਪੇਸ਼ ਆ ਰਹੇ ਨੇ। ਕੁੜੀਆਂ ਵੀ ਇਸ ਤਰ੍ਹਾਂ ਦੇ ਮਾਮਲਿਆਂ ਦੇ ਵਿੱਚ ਇਨਵੋਲਵ ਨੇ ਕਿ ਉਹ ਵਿਆਹ ਕਰਾ ਕੇ ਚੱਲ ਜਾਂਦੀਆਂ ਨੇ, ਆਇਲਟਸ ਕਿਉਂਕਿ ਕੀਤਾ ਹੁੰਦਾ, ਪੈਸੇ ਲੈਂਦੀਆਂ ਨੇ। ਅਸੀਂ ਗੱਲ ਕੀਤੀ ਕਿ ਸਰਕਾਰ ਦੀ ਕੀ ਭੂਮਿਕਾ ਹੋਣੀ ਚਾਹੀਦੀ ਹੈ। ਨੋ ਡਾਊਟ NRI ਸਭਾ ਜਿਹੜੀ ਹੈਗੀ ਆ ਆਪਣੇ ਪੱਧਰ 'ਤੇ ਕੰਮ ਕਰ ਰਹੀ ਹੈਗੀ ਹੈ, ਪਰ ਉਹਨਾਂ ਪੇਰੈਂਟਸ ਨੂੰ ਤੁਸੀਂ ਕੀ ਕਹਿਣਾ ਚਾਹੋਗੇ, ਉਹਨਾਂ ਨੌਜਵਾਨਾਂ ਨੂੰ ਜੋ ਕਿ ਇਹ ਰਸਤਾ ਅਪਣਾਉਂਦੇ ਨੇ ਬਾਹਰ ਜਾਣ ਦਾ ਜਾਂ ਸੈਟਲ ਹੋਣ ਦਾ, ਉਹਨਾਂ ਨੂੰ ਕਿਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਵਿਆਹ ਕਰਾਉਂਦੇ ਹੋਏ, ਜਦੋਂ ਆਪਣਾ ਉਹਨਾਂ ਨੇ ਸੁਪਨਾ ਪੂਰਾ ਕਰਨਾ, ਸੈਟਲ ਡਾਊਨ ਹੋਣ ਦਾ? ਇਸ ਤਰ੍ਹਾਂ ਦੇਖੋ, ਜਿਹੜਾ ਪੇਰੈਂਟਸ ਦਾ ਜਿਹੜਾ ਮੇਨ ਰੋਲ ਆ ਉਹ ਬਹੁਤ ਵੱਡਾ ਰੋਲ ਆ ਜੀ। ਪੇਰੈਂਟਸ ਨੂੰ ਇਨਕੁਆਇਰੀ ਤੋਂ ਬਗੈਰ ਸ਼ਾਦੀ ਜਿਹੜੀ ਆ ਆਪਣਾ ਰਿਸ਼ਤਾ ਪੱਕਾ ਨਹੀਂ ਕਰਨਾ ਚਾਹੀਦਾ। ਆਪਾਂ ਕਈ ਵਾਰੀ ਧੱਕਾ ਦੇਣ ਵਾਲੀ ਗੱਲ ਕਰ ਦਿੰਦੇ ਹਾਂ ਭਈ ਚਲੋ ਇਹਦੇ ਨਾਲ ਸਾਡਾ ਸਾਰਾ ਫੈਮਿਲੀ ਨਿਕਲ ਜੂਗੀ ਬਾਹਰ ਜਾਂ ਹੋ ਰਿਹਾ, ਬਟ ਫੈਮਲੀਆਂ ਬਾਰੇ ਸਟੱਡੀ ਕਰਨਾ, ਜਾਣਨਾ ਬਹੁਤ ਜ਼ਰੂਰੀ ਆ। ਔਰ ਐਡਮਿਨਿਸਟ੍ਰੇਸ਼ਨ ਜਿਹੜੀ ਆ ਜਦੋਂ ਸਾਡੇ ਨਾਲ ਤੁਰਦੀ ਆ ਜਾਂ ਅਸੀਂ ਸੈਮੀਨਾਰ ਕਰਦੇ ਹਾਂ ਤੇ ਇਹਦੇ ਨਾਲ ਪੇਰੈਂਟਸ ਦੇ ਉੱਤੇ ਬੜਾ ਅੱਛਾ ਅਸਰ ਪੈਂਦਾ। ਪੇਰੈਂਟਸ ਜਿਹੜੇ ਆ ਉਹ ਇਹ ਸੋਚਦੇ ਆ ਵੀ ਐਡਮਿਨਿਸਟ੍ਰੇਸ਼ਨ ਵੀ ਸਾਡੇ ਨਾਲ ਸੀਰੀਅਸ ਆ ਵੀ ਸਾਡੇ ਬੱਚਿਆਂ ਨੂੰ ਕੋਈ ਅੱਗੇ ਜਾ ਕੇ ਪ੍ਰੋਬਲਮ ਨਾ ਹੋਵੇ। ਟਾਈਮ ਟੂ ਟਾਈਮ ਜਿਹੜੇ ਸਾਡੀਆਂ ਸਰਕਾਰਾਂ ਬਣਦੀਆਂ ਉਹ ਨਵੇਂ ਰੂਲ ਜਿਹੜੇ ਆ ਉਹ ਸਟੂਡੈਂਟਸ ਲਈ ਵੀ ਕੱਢਦੇ ਆ, ਮੈਰਿਜਿਸ ਜਿਹੜੀਆਂ ਹੁੰਦੀਆਂ ਰਿਸ਼ਤੇ ਇਹਨਾਂ ਲਈ ਵੀ ਕੱਢਦੇ ਆ, ਐਂਡ ਇਹਨਾਂ ਦੀਆਂ ਮੀਟਿੰਗਸ ਹੁੰਦੀਆਂ ਫਿਰ ਕੌਂਸਲੇਟ ਜਨਰਲ ਜਿਹੜੇ ਹੁੰਦੇ, ਜਦੋਂ ਆਪਾਂ ਮੈਸੇਜ ਵੀਜ਼ਾ ਲਾਉਣਾ ਜਾਂ ਹੋ ਰਿਹਾ, ਫਿਰ ਅਸੀਂ ਉਹ ਸਾਰੇ ਇਕੱਠੇ ਬੈਠ ਕੇ ਇਹ ਚੀਜ਼ਾਂ ਦੀ ਡਿਸਕਸ਼ਨ ਕਰੀਦੀ ਆ। ਜਿਹੜੀ ਵੀ ਕੋਈ ਪ੍ਰੋਬਲਮ ਹੁੰਦੀ ਆ ਉਹਨੂੰ ਰਿਮੂਵ ਕਰਨ ਦੀ ਕੋਸ਼ਿਸ਼ ਕਰੀਦੀ ਆ, ਅਵੇਅਰਨੈਸ ਲਿਆਉਣ ਦੀ ਕੋਸ਼ਿਸ਼ ਕਰੀਦੀ ਆ ਭਈ ਆਹ ਅੱਛੇ ਕੰਮ ਆ, ਇੱਦਾਂ ਤੁਸੀਂ ਕਰੋ, ਸਾਨੂੰ ਵੀ ਹੈਲਪਫੁਲ ਆ, ਤੁਹਾਨੂੰ ਵੀ ਹੈਲਪਫੁਲ ਆ। ਇਹ ਚੀਜ਼ਾਂ ਅਸੀਂ ਕੀਤੀਆਂ ਜੀ ਸੈਮੀਨਾਰਸ ਕਰਕੇ। ਜੀ ਬਿਲਕੁਲ। ਤੇ ਹੁਣ ਜੇਕਰ ਅਸੀਂ ਗੱਲ ਕਰੀਏ ਕਿ NRI ਸਭਾ ਜਿਹੜੀ ਹੈ ਉਹ ਪ੍ਰਸ਼ਾਸਨ ਦੇ ਨਾਲ ਕਿਵੇਂ ਟਾਈ ਅਪ ਕਰਦੀ ਹੈ, ਕਿਉਂਕਿ ਅਥਾਰਟੀ ਉਹਨਾਂ ਦੇ ਕੋਲ ਹੁੰਦੀ ਹੈ, ਐਕਸ਼ਨ ਵੀ ਉਹਨਾਂ ਨੇ ਲੈਣਾ ਹੁੰਦਾ, ਸੋ ਕਿਸ ਤਰੀਕੇ ਦੇ ਨਾਲ ਇਕੱਠੇ ਮਿਲ ਕੇ ਜਿਹੜੇ ਨੇ ਇਹ ਕੰਮ? ਹਾਂਜੀ, ਅਸੀਂ ਇਹਦੀ ਇਸਟੈਬਲਿਸ਼ਮੈਂਟ ਹੀ ਇਸੇ ਹਿਸਾਬ ਨਾਲ ਕੀਤੀ ਆ ਵੀ ਜਿਹੜੇ ਸਾਡੇ ਡਿਸਟ੍ਰਿਕਟ ਪ੍ਰੈਜ਼ੀਡੈਂਟਸ ਆ ਉਹ ਡਿਪਟੀ ਕਮਿਸ਼ਨਰਸ ਹੋਣਗੇ ਜੀ। ਜਿਹੜਾ ਸਾਡਾ ਸੈਂਟਰਲ ਸਭਾ ਦਾ ਹੈਗਾ ਉਹ ਸਾਡੇ ਕਮਿਸ਼ਨਰ ਸਾਹਿਬ ਜਾਂ ਉਹ ਹੋਣਗੇ, ਜਾਂ ਸਾਡੇ ਜਿਹੜੇ ਪ੍ਰਿੰਸੀਪਲ ਸੈਕਟਰੀ NRIs ਆ ਉਹ ਹੋਣਗੇ। ਕਿਉਂਕਿ ਜਦੋਂ ਐਡੇ ਵੱਡੇ ਬੰਦੇ ਸਾਡੇ ਸਭਾ ਦੇ ਨਾਲ ਜੁੜੇ ਹੋਏ ਆ ਤੇ ਸਾਡੇ ਅੱਧੇ ਕੰਮ ਉੱਦਾਂ ਹੀ ਹੋ ਜਾਂਦੇ ਆ, ਕਿਉਂਕਿ ਹਰ ਇੱਕ ਅਫਸਰ ਨੂੰ ਪਤਾ ਹੁੰਦਾ ਵੀ ਇਹਨਾਂ ਨੇ ਜਿਹੜੇ ਕੰਮ ਹੋਣ ਵਾਲੇ ਆ ਉਹ ਅਸੀਂ ਇਹਨਾਂ ਦੇ ਕੰਮ ਡੱਕਣੇ ਨਹੀਂ, ਉਹ ਤੁਹਾਡੇ ਕੰਮ ਹੋ ਹੀ ਜਾਂਦੇ ਆ। ਪਰ ਕਈ ਕੰਮ ਐਸੇ ਹੁੰਦੇ ਆ ਜਿਹੜੇ ਅਸੀਂ ਕੋਰਟ ਦੀ ਮਦਦ ਤੋਂ ਬਗੈਰ ਨਹੀਂ ਕਰ ਸਕਦੇ, ਸੋ ਉਹਦੇ ਲਈ ਫਿਰ ਅਸੀਂ ਕੋਰਟ ਦੀ ਮਦਦ ਲੈਂਦੇ ਹਾਂ। ਅਦਰਵਾਈਜ਼ ਐਡਮਿਨਿਸਟ੍ਰੇਸ਼ਨ ਸਾਡੇ ਨਾਲ ਇਨਵੋਲਵਡ ਆ। ਹੁਣ ਸਾਡੇ ਸੈਂਟਰਲ ਸਭਾ ਦੇ ਜਿਹੜੇ ਕਮਿਸ਼ਨਰ ਜਲੰਧਰ ਆ ਉਹ ਸਾਡੇ ਹੈਗੇ ਆ ਚੇਅਰਮੈਨ, ਤੇ ਜਿਹੜੇ ਸਾਡੇ ED ਹੈਗੇ ਆ ਇਜ਼ SDM। ਸੋ ਅੱਧੇ ਕੰਮ ਤਾਂ ਸਾਡੇ ਉੱਦਾਂ ਹੀ ਹੋ ਜਾਂਦੇ ਆ ਕਿਉਂਕਿ ਸਾਡੇ ਨਾਲ ਇਨਵੋਲਵਡ ਆ। ਅਸੀਂ ਹੁਣ ਚਿੱਠੀਆਂ ਉਹਨਾਂ ਨੂੰ ਕੱਢਣੀਆਂ, ਉਹਨਾਂ ਨੇ ਆਪੇ ਇਹ ਕੰਮ ਕਰ ਦੇਣੇ ਆ। ਬੀਇੰਗ ਅ ਮੈਂਬਰ ਆਫ ਅਸ, ਬੀਇੰਗ ਅ ਪਾਰਟ ਆਫ ਅਸ, ਸਾਡੇ ਕੰਮ ਉਹ ਉੱਦਾਂ ਹੀ ਹੋ ਜਾਂਦੇ ਆ ਤੇ ਉਹ ਕਰਦੇ ਵੀ ਆ, ਪਹਿਲ ਦੇ ਤੌਰ ਤੇ ਕਰਦੇ ਵੀ ਆ। ਸੋ ਜਿਹੜਾ ਇੱਕ ਗਵਰਨਮੈਂਟ ਦੇ ਵਿੱਚ ਲਾ ਹਿੱਸਾ ਆ, ਜਿਹੜਾ ਸਾਡੀ ਇੱਕ ਦੂਜੇ ਨਾਲ ਕਨੈਕਸ਼ਨ ਹੈ, ਉਹ ਸਾਡੇ ਆਲਰੇਡੀ ਜੁੜੇ ਹੋਏ ਆ, ਸਾਨੂੰ ਕੋਈ ਪ੍ਰੋਬਲਮ ਆਉਂਦੀ ਨਹੀਂ ਜੀ। ਗਿੱਲ ਸਾਹਿਬ, ਹੁਣ ਗੱਲ ਕਰਾਂਗੇ ਕਿ NRI ਸਭਾ ਨੇ ਹੁਣ ਤੱਕ ਜਿਹੜੇ ਵੱਡੇ ਕੇਸ ਸੋਲਵ ਕੀਤੇ ਨੇ, ਉਹਨਾਂ ਕੇਸਿਸ ਬਾਰੇ ਸਾਨੂੰ ਤੁਸੀਂ ਦੱਸੋ, ਕਿਸ ਤਰ੍ਹਾਂ ਦੇ ਕੇਸ ਰਹੇ ਨੇ? ਬਿਲਕੁਲ ਜੀ, ਸਾਡੇ ਕੋਲ ਜਿੱਦਾਂ ਬਿਲਡਿੰਗਸ ਨਹੀਂ ਖਾਲੀ ਹੋ ਰਹੀਆਂ, ਸਾਡੇ ਕਹਿਣ ਦੇ ਉੱਤੇ ਥੋੜ੍ਹਾ ਜਿਹਾ ਇਨਫਲੂਐਂਸ ਸਰਕਾਰ ਦਾ ਵੀ ਹੁੰਦਾ ਸੀ। ਉਹ ਸਾਡੇ ਜਿਹੜੇ ਬਗੈਰ ਮੁਕੱਦਮੇ ਲੜੇ ਤੋਂ ਹੀ ਕਾਫੀ ਇਹ ਹੋ ਗਏ। ਅਸੀਂ ਕਈ ਘਰ ਖਾਲੀ ਕਰਵਾਏ, ਕਈ ਜ਼ਮੀਨਾਂ ਜਿਹੜੀਆਂ ਆ ਉਹ ਆਪਸ ਵਿੱਚ ਹੀ ਬੈਠ ਕੇ ਸਮਝੌਤੇ ਕਰਵਾ ਕੇ ਉਹ ਖਾਲੀ ਕਰਵਾਤੀਆਂ। ਸੋ ਇੱਦਾਂ ਦੇ ਬਹੁਤ ਕੰਮ ਹੈਗੇ ਆ ਜਿਹੜੇ ਅਸੀਂ ਇਹ ਕੀਤੇ ਆ। ਐਂਡ ਹੁਣ ਸਭ ਤੋਂ ਵੱਡਾ ਕੰਮ ਤਾਂ ਅਸੀਂ ਜਿਹੜੇ ਇਰਾਕ 'ਚੋਂ ਬੰਦੇ ਕੱਢੇ ਸੀਗੇ ਜੀ, 430 ਬੰਦੇ ਕੱਢੇ, ਔਰ ਇੱਕ ਸਾਡੀ ਬਹੁਤ ਵੱਡੀ ਅਚੀਵਮੈਂਟ ਸੀਗੀ ਕਿਉਂਕਿ ਅਸੀਂ ਸਰਕਾਰ ਦੀ ਮਦਦ ਨਹੀਂ ਲਈ, ਉਹ ਅਸੀਂ ਕੱਢ ਦਿੱਤੇ। ਕਿਉਂ ਇੱਦਾਂ ਦੇ ਹੋਰ ਕਈ ਕੰਮ ਅਸੀਂ ਹੋਰ ਲਿਖਣੇ ਆ ਜਾਂ ਉਹ ਲਿਖੇ ਹੋਏ ਆ, ਉਹ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕਰਾਂਗੇ।
ਜਿਵੇਂ ਤੁਸੀਂ ਇਰਾਕ ਦੀ ਵੀ ਗੱਲ ਕੀਤੀ, ਉਦਾਹਰਨ ਦਿੱਤੀ, ਇਸ ਤਰ੍ਹਾਂ ਦੇ ਬਹੁਤ ਸਾਰੇ ਕੇਸਿਸ ਹੁੰਦੇ ਹੋਣਗੇ, ਤਾਂ ਕਿਸ ਤਰ੍ਹਾਂ ਫੰਕਸ਼ਨਿੰਗ ਰਹਿੰਦੀ ਹੈ, ਕਿਸ ਤਰੀਕੇ ਦੇ ਨਾਲ ਐਡੇ ਵੱਡੇ ਮਸਲੇ ਸੁਲਝਾਏ ਜਾਂਦੇ ਨੇ? ਵੈਲ ਇਹ ਡਿਪੈਂਡ ਕਰਦਾ ਜੀ ਪਰਸਨ ਟੂ ਪਰਸਨ। ਮੈਂ ਤਾਂ ਆਪਣੇ ਟੈਨਿਓਰ ਦੇ ਵਿੱਚ ਇਹ ਕੰਮ ਕੀਤਾ, ਮੇਰੇ ਕਿਸੇ ਹੋਰ ਪ੍ਰੈਜ਼ੀਡੈਂਟ ਨੇ ਇਹ ਕੰਮ ਨਹੀਂ ਕੀਤਾ, ਜਾਂ ਉਹਨਾਂ ਨੂੰ ਚਾਂਸ ਨਹੀਂ ਮਿਲਿਆ, ਜਾਂ ਉਹਨਾਂ ਨੂੰ ਆਪਣਾ ਆਪਣਾ ਕੰਮ ਕਰਨ ਦਾ ਤਰੀਕਾ ਹੁੰਦਾ ਜੀ। ਐਂਡ ਵੀ ਟਰਾਈਡ ਐਂਡ ਵੀ ਸਕਸੀਡਡ ਇਨ ਡੂਇੰਗ ਇਟ ਐਂਡ ਅਸੀਂ ਉਹ ਕੱਢੇ। ਫਿਰ ਸਰਕਾਰ ਨੇ ਸਾਡਾ ਬੜਾ ਸਾਥ ਦਿੱਤਾ ਤੇ ਉਸ ਵੇਲੇ ਅਕਾਲੀ ਸਰਕਾਰ ਸੀਗੀ, ਉਹਨਾਂ ਨੇ ਉਹਨਾਂ ਬੰਦਿਆਂ ਜਿਹੜੇ ਅਸੀਂ ਕੱਢੇ, ਜਿਹੜੇ ਅਸੀਂ ਨਾਂ ਰਿਕਮੈਂਡ ਕਰਕੇ ਦਿੱਤੇ, ਤੇ ਉਹਨਾਂ ਨੇ ਕੰਪਨਸੇਟ ਵੀ ਕੀਤਾ ਜੀ। ਜਿਵੇਂ NRI ਸਭਾ ਦੇ ਤੁਸੀਂ ਫਾਊਂਡਰ ਮੈਂਬਰ ਰਹੇ ਹੋ, ਸੰਸਥਾਪਕ ਵੀ ਕਹਿ ਲਈਏ ਕਿ ਤੁਸੀਂ ਨਾਲ ਰਹੇ ਹੋ ਇਹਦੇ ਵਿੱਚ, ਤਾਂ ਤੁਹਾਨੂੰ ਕੀ ਲੱਗਦਾ ਹੈ ਕਿ ਉਦੋਂ ਜਿਹੜੀ ਉਹਦੀ ਫੰਕਸ਼ਨਿੰਗ ਸ਼ੁਰੂ ਹੋਈ ਸੀ NRI ਸਭਾ ਦੀ, ਔਰ ਅੱਜ ਜਿਸ ਤਰੀਕੇ ਦੇ ਨਾਲ ਇਹਦੀ ਫੰਕਸ਼ਨਿੰਗ ਹੋ ਰਹੀ ਹੈ, ਜਿਸ ਤਰ੍ਹਾਂ NRI ਸਭਾ ਕੰਮ ਕਰ ਰਹੀ ਹੈ, ਕੀ ਫ਼ਰਕ ਹੈ ਉਹਦੇ ਵਿੱਚ, ਔਰ ਕਿਸ ਤਰ੍ਹਾਂ ਕੰਮ ਕਰਨਾ ਚਾਹੀਦਾ ਹੈ ਕਿ ਅਸੀਂ ਹੋਰ ਅਗਰੈਸਿਵਲੀ ਜਿਹੜਾ ਹੈਗਾ NRIs ਦੀਆਂ ਸਮੱਸਿਆਵਾਂ ਨੂੰ ਸੁਲਝਾ ਸਕੀਏ, ਉਹਨਾਂ ਦੇ ਲਈ ਕੰਮ ਕਰ ਸਕੀਏ? ਉਸ ਵੇਲੇ ਜਿੱਦਾਂ ਕੋਆਰਡੀਨੇਸ਼ਨ ਗਵਰਨਮੈਂਟ ਨਾਲ ਹੋਇਆ, ਸਾਨੂੰ ਵੀ ਸਮਝ ਆਈ ਵੀ ਸਰਕਾਰ ਵੀ ਗੰਭੀਰ ਆ ਸਾਡੇ ਮਸਲੇ ਹੱਲ ਕਰਨ ਨੂੰ। ਬਹੁਤ ਵਧੀਆ ਤਰੀਕੇ ਨਾਲ ਸ਼ੁਰੂ ਹੋਇਆ, ਹੁਣ ਵੀ ਸੇਮ ਤਰੀਕੇ ਨਾਲ ਚੱਲ ਰਿਹਾ ਕੰਮ। ਬਟ ਸਟਿਲ ਜਿੰਨਾ ਅਸੀਂ ਇੱਕ ਦੂਜੇ ਨਾਲ ਕੋਆਰਡੀਨੇਟ ਕਰਾਂਗੇ ਸਰਕਾਰ ਦੇ ਨਾਲ, ਉਨੇ ਸਾਡੇ ਕੰਮ ਵਧੀਆ ਚੱਲਣਗੇ। ਸਰਕਾਰਾਂ ਦੇ ਨਾਲ ਹਮੇਸ਼ਾ ਹੀ ਸਾਨੂੰ ਮੋਢੇ ਨਾਲ ਮੋਢਾ ਲਾ ਕੇ ਤੁਰਨਾ ਚਾਹੀਦਾ। ਸਰਕਾਰ ਚਾਹੇ ਕੋਈ ਵੀ ਹੋਵੇ, NRI ਸਭਾ ਕਿਸੇ ਵੀ ਸਰਕਾਰ ਤੋਂ ਬਗੈਰ ਅੱਗੇ ਨਹੀਂ ਵਧ ਸਕਦੀ, ਚਾਹੇ ਕਾਂਗਰਸ ਦੀ ਹੋਵੇ, ਚਾਹੇ ਕਿਸੇ ਦੀ ਵੀ ਹੋਵੇ। ਸੋ ਵੀ ਹੈਵ ਟੂ ਟੇਕ ਦੇਅਰ ਹੈਲਪ, ਤੇ ਸਾਨੂੰ ਉਹਨਾਂ ਦੀ ਮਦਦ ਲਈ ਹਮੇਸ਼ਾ ਮੂਹਰੇ ਆਉਣਾ ਚਾਹੀਦਾ। ਬੜੇ ਕੰਮ ਹੈਗੇ ਆ, ਜਿੱਦਾਂ ਬੱਚਿਆਂ ਦਾ ਇੱਕ ਦੂਜੇ ਨਾਲ ਕੋਆਰਡੀਨੇਸ਼ਨ, ਇੰਡੀਅਨ ਬੱਚਿਆਂ ਨੂੰ ਆ ਕੇ ਮਿਲਣ, ਉਹਨਾਂ ਦੇ ਆਪਣੇ ਕਲਚਰ ਨੂੰ ਸਮਝਣ। ਇੱਦਾਂ ਹੀ ਅਸੀਂ ਬਾਹਰੋਂ ਅੱਗੇ ਬੱਚੇ ਮੰਗਵਾਉਂਦੇ ਰਹੇ ਹਾਂ, ਉਹਨਾਂ ਨੂੰ ਪੰਜਾਬ ਦਾ ਕਲਚਰ ਬਾਰੇ ਸਾਰਾ ਸਮਝਾਉਂਦੇ ਰਹੇ, ਦਿਖਾਉਂਦੇ ਰਹੇ। ਨਾਲ ਸਰਕਾਰ ਨੇ ਸਾਨੂੰ ਮਦਦ ਕੀਤੀ, ਉਹਨਾਂ ਨੂੰ ਜਗ੍ਹਾ ਜਗ੍ਹਾ ਲਿਜਾ ਕੇ ਜਿੰਨੀਆਂ ਵੀ ਹਿਸਟੋਰੀਕਲ ਪਲੇਸਿਸ ਸੀਗੀਆਂ ਉੱਥੇ ਲੈ ਕੇ ਜਾਂਦੇ ਸੀ। ਇੱਕ ਦੂਜੇ ਨਾਲ ਬੱਚਿਆਂ ਦਾ ਕੋਆਰਡੀਨੇਸ਼ਨ ਵੱਧਦਾ ਸੀਗਾ, ਇੱਕ ਦੂਜੇ ਨੂੰ ਜਾਣਦੇ ਸੀ, ਕਲਚਰ ਵਾਈਜ਼ ਜਾਣਦੇ ਸੀ, ਕਿਉਂਕਿ ਆਪਣਾ ਕਲਚਰ ਜਿਹੜਾ ਹੁਣ ਉੱਥੇ ਸਾਡੇ ਨਾਲੋਂ ਇੱਥੇ ਨਾਲੋਂ ਬੈਟਰ ਹੁੰਦਾ ਜਾ ਰਿਹਾ, ਬਿਕੋਜ਼ ਦੇ ਆਰ ਮੋਰ ਇਨਟੂ ਇਟ। ਸੋ ਅਸੀਂ ਚਾਹੁੰਦੇ ਹਾਂ ਵੀ ਜਿਹੜੇ ਬੱਚਿਆਂ ਦੀ ਵੀ ਕੋਆਰਡੀਨੇਸ਼ਨ ਹੈ, ਇੱਕ ਦੂਜੇ ਨਾਲ ਬਣੇ, ਇੱਕ ਦੂਜੇ ਨਾਲ ਮਿਲਣ। ਸਾਡੇ ਬਜ਼ੁਰਗ ਵੀ ਇੱਥੇ ਆ ਕੇ ਮਿਲਣ, ਅਸੀਂ ਉਹਨਾਂ ਦੀ ਟੇਕ ਕੇਅਰ ਕਰੀਏ, ਦੱਸੀਏ, ਉਹਨਾਂ ਪ੍ਰੋਬਲਮ ਸੁਣੀਏ। ਇਹ ਸਾਰੀਆਂ ਚੀਜ਼ਾਂ ਸਾਡੇ ਆਉਂਦੀਆਂ ਐਂਡ ਵੀ ਆਰ ਡੂਇੰਗ ਇਟ। ਜੀ ਗਿੱਲ ਸਾਹਿਬ, ਇਸ ਦੇ ਨਾਲ ਹੀ ਪ੍ਰੋਗਰਾਮ ਪੰਜਾਬ ਚਰਚਾ ਦਾ ਸਮਾਂ ਇੱਥੇ ਹੀ ਸਮਾਪਤ ਹੋ ਰਿਹਾ। ਤੁਸੀਂ ਪ੍ਰੋਗਰਾਮ ਦੇ ਵਿੱਚ ਆਏ, ਇਹਦੀ ਸਾਰੀ ਜਾਣਕਾਰੀ ਸਾਡੇ ਨਾਲ ਤੁਸੀਂ ਸਾਂਝੀ ਕੀਤੀ। ਬਹੁਤ ਸਾਰੀਆਂ ਸਮੱਸਿਆਵਾਂ ਬਾਰੇ ਅਸੀਂ ਗੱਲ ਕੀਤੀ, ਬਹੁਤ ਸਾਰੀਆਂ ਸਮੱਸਿਆਵਾਂ ਦੇ ਤੁਸੀਂ ਹੱਲ ਵੀ ਦੱਸੇ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਦੇ ਲਈ। ਥੈਂਕ ਯੂ। ਔਰ ਇਸ ਦੇ ਨਾਲ ਹੀ ਮੈਨੂੰ ਵੰਦਨਾ ਖੰਨਾ ਨੂੰ ਤੇ ਸਾਡੇ ਅੱਜ ਦੇ ਮਾਹਿਰ ਮਹਿਮਾਨ ਸਰਦਾਰ ਜਸਵੀਰ ਸਿੰਘ ਗਿੱਲ ਹੋਰਾਂ ਨੂੰ ਦਿਓ ਇਜਾਜ਼ਤ। ਫਿਰ ਮਿਲਾਂਗੇ ਪ੍ਰੋਗਰਾਮ ਪੰਜਾਬ ਚਰਚਾ ਦੇ ਵਿੱਚ ਕਿਸੇ ਹੋਰ ਵਿਸ਼ੇ ਦੇ ਨਾਲ। ਧੰਨਵਾਦ।